ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਲੀਫੋਰਨੀਆ ਅਸੈਂਬਲੀ ਵੱਲੋਂ ਨਵੰਬਰ 1984 ਦੇ ਵਿੱਚ ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਖਿਲਾਫ ਮਤਾ ਪਾਸ। ਭਾਰਤੀਆਂ ਲਈ ਚੰਗੀ ਖਬਰ, ਅਮਰੀਕਾ ਦੇ H-2B ਵੀਜ਼ਾ ਦੀ ਦੂਜੀ ਛਿਮਾਹੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ। ਪੈਂਟਾਗਨ ਦੀ ਲੀਕ ਹੋਈ ਰਿਪੋਰਟ ਵਿੱਚ ਖੁਲਾਸਾ, ਜ਼ੈਲੈਂਸਕੀ ਦੀ ਜਾਸੂਸੀ ਕਰ ਰਿਹਾ ਅਮਰੀਕਾ। ਮੰਦਭਾਗੀ ਖਬਰ, ਵਿਸਾਖੀ ਮਨਾਉਣ ਪਾਕਿਸਤਾਨ ਗਏ ਪੰਜਾਬ ਦੇ ਸਿੱਖ ਸ਼ਰਧਾਲੂ ਦੀ ਹਾਰਟ ਅਟੈਕ ਦੇ ਨਾਲ ਮੌਤ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਦਿੱਤੀ ਵੱਡੀ ਰਾਹਤ, ਕੋਵਿਡ-19 ਨਾਲ ਸੰਬੰਧਿਤ ਰਾਸ਼ਟਰੀ ਐਮਰਜੈਂਸੀ ਕੀਤੀ ਖਤਮ। ਨਿਰਮਲਾ ਸੀਤਾਰਮਨ ਨੇ ਅਮਰੀਕੀ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ, ਆਰਥਿਕ ਭਾਈਵਾਲੀ ਤੇ ਹੋਈ ਚਰਚਾ। ਇੰਡੋ ਕੈਨੇਡੀਅਨ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਦੁਖਦ ਮੌਤ, ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਗਟਾਇਆ ਦੁੱਖ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਭਾਰਤ ਦੇ ਵਿੱਚ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਕਰਾਰ ਦੇਣ ਤੇ ਗਦਰੀ ਬਾਬਿਆਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਵੱਖ-ਵੱਖ ਸਿੱਖ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਇਸ ਮਤੇ ਨੂੰ ਅਸੈਂਬਲੀ ਵਿੱਚ ਪੇਸ਼ ਕਰਨ ਵਾਲੀ ਪਹਿਲੀ ਸਿੱਖ ਬੀਬੀ ਜਸਮੀਤ ਕੌਰ ਬੈਂਸ, ਅਸੈਂਬਲੀ ਮੈਂਬਰ ਕਾਰਲੋਸ ਵਿਲਾਪੂਡੂਆ, ਕਾਉਂਟੀ ਸੁਪਰਵਾਈਜ਼ਰ ਮਨਮੀਤ ਸਿੰਘ ਗਰੇਵਾਲ, ਐਲਕ ਗਰੋਵ ਸ਼ਹਿਰ ਦੀ ਮੇਅਰ ਬੌਬੀ ਸਿੰਘ ਐਲਨ, ਸਿੱਖ ਕਾਕਸ ਕਮੇਟੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਸ਼ਾਮਲ ਸਨ। ਇਸ ਦੌਰਾਨ ਡਾਕਟਰ ਪ੍ਰਿਤਪਾਲ ਸਿੰਘ ਨੇ ਅਸੈਂਬਲੀ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਭਾਰਤ ਦੇ ਵਿੱਚ ਨਵੰਬਰ 1984 ਦੇ ਦੌਰਾਨ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਕਰਾਰ ਦਿੰਦੇ ਹੋਏ ਇੱਕ ਮਤਾ ਪਾਸ ਕੀਤਾ ਗਿਆ। ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਪਹਿਲੀ ਵਾਰ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਦੇ ਦੁਆਰਾ 22 ਮਾਰਚ 2023 ਨੂੰ ਇਹ ਮਤਾ ਪੇਸ਼ ਕੀਤਾ ਗਿਆ ਸੀ, ਜੋ ਕਿ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ। ਇਸ ਨੂੰ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੂਡੂਆ ਵੱਲੋਂ ਸਹਿ ਪ੍ਰਾਯੋਜਿਤ ਕੀਤਾ ਗਿਆ। ਇੱਕ ਹੋਰ ਹਿੰਦੂ ਅਸੈਂਬਲੀ ਮੈਂਬਰ ਐਸ਼ ਕਾਲੜਾ ਨੇ ਵੀ ਇਸ ਦੇ ਹੱਕ ਵਿੱਚ ਵੋਟ ਪਾਈ। ਅਮਰੀਕਨ ਸਿੱਖ ਕਾਕਸ ਕਮੇਟੀ ਦੀ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਅਤੇ ਹੋਰ ਅਮਰੀਕੀ ਸਿੱਖ ਸੰਸਥਾਵਾਂ ਨੇ ਇਹ ਮਤਾ ਪੇਸ਼ ਅਤੇ ਪਾਸ ਕਰਨ ਦੇ ਲਈ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹੀ ਮਤਾ 6 ਜਨਵਰੀ 2022 ਨੂੰ ਨਿਊ ਜਰਸੀ ਸਟੇਟ ਦੀ ਸੈਨੇਟ ਵੱਲੋਂ ਵੀ ਪਾਸ ਕੀਤਾ ਗਿਆ ਸੀ। ਸਿੱਖ ਕਾਕਸ ਕਮੇਟੀ ਵੱਲੋਂ ਸੰਯੁਕਤ ਰਾਸ਼ਟਰ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਡਾਕਟਰ ਇਕਤਦਾਰ ਚੀਮਾ ਦਾ ਵੀ ਧੰਨਵਾਦ ਕੀਤਾ ਹੈ। ਉਹਨਾਂ ਦੇ ਵਿਚਾਰ ਵਟਾਂਦਰੇ ਅਤੇ ਸੰਯੁਕਤ ਰਾਸ਼ਟਰ ਪੱਧਰ ਤੇ ਇਹਨਾਂ ਮੁੱਦਿਆਂ ਨੂੰ ਉਠਾਉਣ ਦੇ ਲਈ ਇਸ ਮਤੇ ਵਿੱਚ ਇਹ ਨਵੰਬਰ 1984 ਚ ਭਾਰਤ ਵਿੱਚ ਹੋਈ ਹਿੰਸਾ ਨੂੰ ਨਸਲਕੁਸ਼ੀ ਵਜੋਂ ਨਿੰਦਾ ਕੀਤੀ ਗਈ ਹੈ ਅਤੇ ਕੈਲੀਫੋਰਨੀਆ ਦੀ ਵਿਧਾਨ ਸਭਾ ਨੇ ਯੂਨਾਈਟਿਡ ਸਟੇਟਸ ਕਾਂਗਰਸ ਨੂੰ ਨਵੰਬਰ 1984 ਨੂੰ ਰਸਮੀ ਤੌਰ ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਇਸ ਮਤੇ ਵਿੱਚ ਭਾਰਤ ਵਿੱਚ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਦਰਸਾਇਆ ਗਿਆ। ਇਸ ਮੌਕੇ ਕੁਲਜੀਤ ਨਿੱਜਰ, ਦਵਿੰਦਰ ਸਿੰਘ ਬੈਂਸ ਅਤੇ ਹੋਰ ਆਗੂ ਵੀ ਸ਼ਾਮਲ ਸਨ। ਅੱਜ ਇੱਕ ਸਪੈਸ਼ਲ ਓਕੇਜ਼ਨ ਹੈਗਾ ਆ। ਮਾਈ ਸਿਸਟਰ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ, ਉਹਨਾਂ ਨੇ ਰੈਜ਼ੋਲੂਸ਼ਨ ਅੱਜ ਪਾਸ ਕਰਾਇਆ ਹੈਗਾ ਆ ਅਸੈਂਬਲੀ ਦੇ ਵਿੱਚ। ਸਾਡੀ ਦੋਸ ਡਾਰਕ ਮੋਮੈਂਟਸ ਆਪਣੀ ਹਿਸਟਰੀ ਦੇ ਵਿੱਚ ਜਦੋਂ ਅਸੀਂ ਸੋਚਦੇ ਹਾਂ, we think back to our sisters, brothers, family members ਜੋ ਵਿਛੜ ਗਏ ਆ ਪੰਜਾਬ ਦੇ ਵਿੱਚ, ਨਿਊ ਦਿੱਲੀ ਦੇ ਵਿੱਚ in the 1984 Sikh genocide. Finally, today is 2023. Finally, we are recognizing the genocide of our people. I want to say thank you for having me here in your temple. This temple is, for many years I've been coming here. And I also consider it my temple, as I grew around this community and among all of you. You are a big, strong part of this community, and I'm so proud to represent you guys in Sacramento. I'm not no different than you guys at all. ਉਹਦੇ ਲਈ ਮੈਂ ਆਪਣੇ ਇਲੈਕਟਡ ਅਫੀਸ਼ੀਅਲਸ ਆਏ ਨੇ। ਆਫ ਕੋਰਸ
ਇਹੋ ਜਿਹੀ ਚੀਜ਼ਾਂ ਤਾਂ ਹੁੰਦੀਆਂ ਜੇ ਤੁਹਾਡੇ ਇਲੈਕਟਿਡ ਅਫੀਸ਼ਲ ਜਿਹੜੇ ਸਿੱਖੀ ਰੂਪ ਹੋਣ, ਸਿੱਖਾਂ ਦਾ ਜਾਣਦੇ ਹੋਣ, ਤੁਹਾਡਾ ਪਿਆਰ ਸਤਿਕਾਰ ਤੇ ਤੁਹਾਡਾ ਦੁੱਖ, ਉਹੀ ਉਹ ਚੀਜ਼ਾਂ ਨੂੰ ਅੱਗੇ ਲਿਜਾ ਸਕਦੇ ਨੇ। ਸੋ ਕਿੰਨੀ ਖੁਸ਼ੀ ਹੋਈ ਕਿ ਆਪਾਂ 157 ਸਾਲ ਤੋਂ ਜ਼ਿਆਦਾ ਹੋ ਗਿਆ ਕੈਲੀਫੋਰਨੀਆ ਬਣਿਆ ਤੇ ਪਹਿਲੀ ਵਾਰੀ ਆਪਣਾ ਸਿੱਖ ਅਸੈਂਬਲੀ ਪਰਸਨ ਜਸਮੀਤ ਕੌਰ ਬੈਂਸ ਇਲੈਕਟਿਡ ਹੋਈ ਸੀ। ਆਪਾਂ ਬੜੀ ਖੁਸ਼ੀ ਨਾਲ ਇਹ ਦਿਨ ਮਨਾਇਆ ਸੀ। ਪਰ ਹੁਣ ਦੇਖੋ ਕਿ ਉਹ ਦਿਨ ਤੋਂ ਲੈ ਕੇ ਇੰਨੀ ਛੇਤੀ ਇਹ ਹਾਊਸ ਰੈਜ਼ੋਲੂਸ਼ਨ 2 ਆਇਆ ਤੇ ਯੂਨੈਨਿਮਸਲੀ ਜਿੰਨੇ ਵੀ ਉਸ ਹਾਊਸ ਬੈਠੇ ਸੀ ਉਹਨਾਂ ਨੇ ਪਾਸ ਕੀਤਾ। ਕਿਉਂ? ਕਿਉਂਕਿ ਆਪਣੇ ਸਿੱਖ ਭਾਈਚਾਰਾ ਹੁੰਦਾ ਜਿਹੜਾ ਕਿ ਉਹ ਸਮਝਦਾ। ਅਮਰੀਕਾ ਵਿੱਤੀ ਸਾਲ 2023 ਦੀ ਦੂਜੀ ਛਿਮਾਹੀ ਲਈ ਪੂਰਕ ਕੈਪ ਅਸਥਾਈ ਅੰਤਮ ਨਿਯਮ ਦੇ ਤਹਿਤ H2B ਵੀਜ਼ਾ ਕਾਮਿਆਂ ਲਈ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦੇਗਾ। ਇਮੀਗ੍ਰੇਸ਼ਨ ਸੇਵਾਵਾਂ ਦੀ ਸੰਘੀ ਏਜੰਸੀ ਨੇ ਇਸ ਸੰਬੰਧੀ ਐਲਾਨ ਕੀਤਾ। ਇਸ ਨਿਯਮ ਦੇ ਤਹਿਤ ਜਿਸ ਦਾ ਐਲਾਨ ਪਿਛਲੇ ਸਾਲ ਦਸੰਬਰ ਵਿੱਚ ਕੀਤਾ ਗਿਆ ਸੀ, ਵਿੱਤੀ ਸਾਲ 2023 ਦੀ ਦੂਜੀ ਛਮਾਹੀ ਲਈ ਜਾਨੀ 15 ਮਈ ਤੋਂ 30 ਸਤੰਬਰ ਤੱਕ ਕਿਸੇ ਵੀ ਦੇਸ਼ ਦੇ ਨਾਗਰਿਕਤਾ ਦੀ ਪਰਵਾਹ ਕੀਤੇ ਬਿਨਾਂ ਵਾਪਸ ਆਉਣ ਵਾਲੇ ਕਾਮਿਆਂ ਲਈ 10,000 ਵੀਜ਼ਾ ਸੀਮਤ ਨੇ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਇਸ ਵੰਡ ਦੇ ਤਹਿਤ ਉਪਲਬਧ 10,000 ਵੀਜ਼ਾ ਵਾਪਸ ਆਉਣ ਵਾਲੇ ਕਰਮਚਾਰੀਆਂ ਤੱਕ ਸੀਮਤ ਨੇ ਜਿਨ੍ਹਾਂ ਨੂੰ H2B ਵੀਜ਼ਾ ਜਾਰੀ ਕੀਤਾ ਗਿਆ ਸੀ ਜਾਂ ਵਿੱਤੀ ਸਾਲ 2020-21 ਜਾਂ 2022 ਵਿੱਚ H2 ਵੀਜ਼ਾ ਦਰਜ ਦਿੱਤਾ ਗਿਆ ਸੀਗਾ। ਇਹ ਸਪਲੀਮੈਂਟਲ ਵੀਜ਼ੇ ਕੇਵਲ ਉਹਨਾਂ ਅਮਰੀਕੀ ਕਾਰੋਬਾਰਾਂ ਲਈ ਉਪਲਬਧ ਨੇ ਜੋ ਨੁਕਸਾਨ ਚੱਲ ਰਹੇ ਨੇ, ਜਿਵੇਂ ਕਿ ਇੱਕ ਨਵੇਂ ਤਸਦੀਕ ਫਾਰਮ ਤੇ ਮਾਲਕ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। 15 ਦਸੰਬਰ 2022 ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਿਪਾਰਟਮੈਂਟ ਆਫ ਫਲੇਵਰ ਨੇ ਸਾਂਝੇ ਤੌਰ ਤੇ ਇੱਕ ਅਸਥਾਈ ਅੰਤਮ ਨਿਯਮ ਪ੍ਰਕਾਸ਼ਿਤ ਕੀਤਾ ਜਿਸ ਨਾਲ H2B ਗੈਰ ਪ੍ਰਵਾਸੀ ਵੀਜ਼ਿਆਂ ਤੇ ਸਾਰੇ ਵਿੱਤੀ ਸਾਲ 2023 ਲਈ 64,716 ਵਾਧੂ ਵੀਜ਼ਿਆਂ ਤੱਕ ਦੀ ਸੀਮਾ ਵਧਾ ਦਿੱਤੀ ਗਈ। 64,716 ਵਾਧੂ ਵੀਜ਼ਿਆਂ ਦੇ ਵਿੱਚੋਂ 44,717 ਕੇਵਲ ਵਾਪਸ ਆਉਣ ਵਾਲੇ ਕਾਮਿਆਂ ਲਈ ਉਪਲਬਧ ਨੇ ਔਰ ਨਾਲ ਦੇ ਨਾਲ ਉਹ ਕਾਮੇ ਜਿਨ੍ਹਾਂ ਨੂੰ H2B ਵੀਜ਼ਾ ਮਿਲਿਆ ਸੀ ਜਾਂ ਪਿਛਲੇ 3 ਵਿੱਤੀ ਸਾਲਾਂ 'ਚ ਇੱਕ H2B ਦਰਜ ਦਿੱਤਾ ਗਿਆ ਸੀ। ਬਾਕੀ ਬਚੇ 20,000 ਵੀਜ਼ਾ ਅਲ ਸਲਵਾਡੋਰ, ਗੁਆਟੇਮਾਲਾ ਤੇ ਹੋਂਡਾ ਰੂਸ ਅਤੇ ਹੈਤੀ ਦੇ ਨਾਗਰਿਕਾਂ ਦੇ ਲਈ ਰੱਖੇ ਗਏ ਨੇ ਜਿਨ੍ਹਾਂ ਨੂੰ ਵਾਪਸ ਆਉਣ ਵਾਲੇ ਕਾਮਿਆਂ ਦੀ ਲੋੜ ਤੋਂ ਛੋਟ ਦਿੱਤੀ ਗਈ ਹੈ। 10 ਅਪ੍ਰੈਲ 2023 ਤੱਕ USCIS ਨੂੰ ਹੈਤੀ, ਅਲ ਸਲਵਾਡੋਰ, ਗੁਆਟੇਮਾਲਾ ਤੇ ਹੋਂਡੂਰਾਸ ਦੇ ਨਾਗਰਿਕਾਂ ਦੇ ਲਈ ਨਿਰਧਾਰਤ 20,000 ਵੀਜ਼ਾ ਦੇ ਤਹਿਤ 11,537 ਕਰਮਚਾਰੀਆਂ ਦੀ ਬੇਨਤੀ ਕਰਨ ਵਾਲੀਆਂ ਪਟੀਸ਼ਨਾਂ ਪ੍ਰਾਪਤ ਹੋਈਆਂ। USCIS ਇਸ ਵੰਡ ਦੇ ਤਹਿਤ H2 ਵੀਜ਼ਾ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਜਾਰੀ ਰਿਹਾ ਹੈ ਔਰ ਜਾਰੀ ਰੱਖ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਵਿਭਾਗ ਨੇ ਪੂਰੇ ਵਿੱਤੀ ਸਾਲ ਦੇ ਦੌਰਾਨ ਕਈ ਅਲਾਟਮੈਂਟਸ ਦੇ ਲਈ H2B ਸਪਲੀਮੈਂਟਲ ਵੀਜ਼ਾ ਉਪਲਬਧ ਕਰਵਾਉਣ ਦੇ ਲਈ ਇੱਕ ਨਿਯਮ ਜਾਰੀ ਕੀਤਾ ਜਿਸ ਵਿੱਚ ਦੂਜੇ ਅੱਧ ਦੇ ਲਈ ਅਲਾਟਮੈਂਟ ਵੀ ਸ਼ਾਮਲ ਹੈ। यूक्रेन के राष्ट्रपति वलोदिमीर ज़ेलेंस्की की जसूसी हो रही है। ये काम करन वाला कोई होर नहीं सगों अमेरिका ही है। इसका खुलासा पेंटागन के लीक हुए क्लासीफाइड वॉर डॉक्यूमेंट विच होया। पिछले हफ्ते लीक हुई खुफिया फाइल्स विचों कुछ अमरीकी मीडिया CNN के हथ लगी है जिस विच ज़ेलेंस्की की जसूसी होने की जानकारी दी गई है। अमेरिका लगातार ज़ेलेंस्की ते उन्हां दे अफसरां विच हो रहीआं गल्लां नूं इंटरसैप्ट करदा है। लीक होईआं फाइलां विच इह वी सामणे आया कि अमेरिका ने यूक्रेन नूं हथियार देण दे लई साउथ कोरिया ते दबाव बनाया ते उन्हां दे राष्ट्रपति दी भी जसूसी कीती है। ज़ेलेंस्की सगों साउथ कोरिया दे राष्ट्रपति जून सूक योल ते उन्हां दे दो सब तो वड्डे अधिकारियों की भी जसूसी की है। अमेरिका ने दोवें अफसरां विच हुई एक बहस नूं सुनिया जिस विच उन्हां विच यूक्रेन नूं हथियार देण ते बहस हो रही सी। इन्हां विचों एक अधिकारी का कहना सीगा कि वो यूक्रेन की बजाय पोलैंड नूं हथियार दे के इह साबित कर सकते हैं कि वो अमेरिका के दबाव विच नहीं आए ने। पिछले साल साउथ कोरिया ने इस गल लई हामी भरी सी कि वो अपने ऑलरेडी अमेरिका भेजेगा। नाल ही अमेरिका तो यह भरोसा मंगिया सीगा कि वो इन्हां नूं यूक्रेन ना भेज के अपने कोल ही रखेगा। लीक फाइल्स दे विच सामने आया कि साउथ कोरिया की सरकार के अधिकारी जी मून होई नूं अमेरिका ते भरोसा नहीं सी, वो ये हथियार अपने तक सीमित रखेगा। एक पासे जिथे यूक्रेन के राष्ट्रपति वलोदिमीर ज़ेलेंस्की ने अमेरिका के वल्लों उन्हां दी जसूसी होण नूं कुछ नवा नहीं दस्सिया, उत्थे साउथ कोरिया ने इस गल ते हंगामा मच गया है और विरोधी इस मुद्दे नूं चुक रहे ने। इस नूं देश की प्रभु सत्ता ते अमेरिका का हमला दस्सिया गया।
ਵਿਰੋਧੀ ਨੇਤਾ ਲੀ ਜੇ ਮਿਯੋਂਗ ਨੇ ਕਿਹਾ ਕਿ ਅਮਰੀਕਾ ਨੂੰ ਇਸ ਹਰਕਤ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ। ਇਹਨਾਂ ਸਭ ਦੇ ਵਿੱਚ ਇੱਥੋਂ ਦੀ ਸਰਕਾਰ ਨੇ ਇਸ ਜਸੂਸੀ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਜਸੂਸੀ ਦੀ ਜਾਣਕਾਰੀ ਬਾਹਰ ਆਉਣ ਦੇ ਬਾਅਦ ਅਮਰੀਕਾ ਦੇ ਡਿਫੈਂਸ ਸੈਕਟਰੀ ਲਾਇਡ ਆਸਟਿਨ ਨੇ ਸਾਊਥ ਕੋਰੀਆ ਦੇ ਡਿਫੈਂਸ ਸੈਕਟਰੀ ਨਾਲ ਗੱਲ ਕੀਤੀ ਹੈ। ਆਸਟਿਨ ਨੇ ਦੱਸਿਆ ਕਿ ਨਾ ਡਾਕੂਮੈਂਟਸ ਨੂੰ ਬਦਲਿਆ ਗਿਆ, ਇਹ ਸਹੀ ਨਹੀਂ ਹੈ। ਮਾਰਾ ਨੇ ਕਿਹਾ ਕਿ ਇਹ ਬਦਲਾਅ ਰੂਸ ਵੱਲੋਂ ਗਲਤ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਹਾਲਾਂਕਿ ਅਸਲੀ ਡਾਕੂਮੈਂਟ ਵਿੱਚ ਮੌਜੂਦ ਵੈਪਨ ਡਿਲੀਵਰੀ, ਫੌਜ ਤਾਕਤ ਤੇ ਖੂਫੀਆ ਜਾਣਕਾਰੀ ਨਾਲ ਜੁੜੀਆਂ ਤਸਵੀਰਾਂ ਦਾ ਲੀਕ ਹੋਣਾ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੇ ਸਿਕਿਉਰਿਟੀ ਸਿਸਟਮ ਦੇ ਵਿੱਚ ਵੱਡੀ ਗੜਬੜੀ ਵੱਲ ਇਸ਼ਾਰਾ ਕਰਦਾ ਹੈ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਪੰਜਾਬ ਤੋਂ ਪਾਕਿਸਤਾਨ ਗਏ ਜਥੇ ਵਿੱਚੋਂ ਮੰਦਭਾਗੀ ਖਬਰ ਸਾਹਮਣੇ ਆਈ। ਗੁਰੂ ਧਾਮਾਂ ਦੇ ਦਰਸ਼ਨ ਕਰਨ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ। ਪਾਕਿਸਤਾਨ ਸਰਕਾਰ ਨੇ ਮ੍ਰਿਤਕ ਦੇਹ ਦਾ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਜਲਦੀ ਮ੍ਰਿਤਕ ਦੇਹ ਨੂੰ ਅਟਾਰੀ ਬਾਰਡਰ ਰਾਹੀਂ ਭਾਰਤ ਭੇਜਣ ਦੇ ਯਤਨ ਕੀਤੇ ਜਾਣਗੇ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਜਲੰਧਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ 9 ਅਪ੍ਰੈਲ ਨੂੰ ਹੀ ਜਥੇਬੰਦੀ ਦੇ ਆਗੂ ਅਮਰਜੀਤ ਸਿੰਘ ਦੇ ਨਾਲ ਪਾਕਿਸਤਾਨ ਪਹੁੰਚੇ ਸਨ। ਹੁਣ ਉਹ ਨਨਕਾਣਾ ਸਾਹਿਬ ਵਿੱਚ ਹੀ ਸਨ ਕਿ ਇਸ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹਨਾਂ ਦੀ ਮੌਤ ਹੋ ਗਈ। ਜੋਗਿੰਦਰ ਸਿੰਘ ਦੀ ਮੌਤ ਦਾ ਸਰਟੀਫਿਕੇਟ ਨਨਕਾਣਾ ਸਾਹਿਬ ਹਸਪੀਟਲ ਵੱਲੋਂ ਜਾਰੀ ਕੀਤਾ ਗਿਆ ਸੀ। ਧਾਰਮਿਕ ਮਾਮਲਿਆਂ ਦੇ ਮੰਤਰਾਲਾ ਅਤੇ ਗਿਲਾਨੀ ਸਮੇਤ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਨੇ ਜੋਗਿੰਦਰ ਸਿੰਘ ਦੀ ਮ੍ਰਿਤਕ ਦੇ ਭਾਰਤ ਭੇਜਣ ਦੇ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਦੱਸ ਦਈਏ ਕਿ ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਮਨਾਉਣ ਅਤੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ 9 ਅਪ੍ਰੈਲ ਨੂੰ ਭਾਰਤ ਤੋਂ 2475 ਮੈਂਬਰੀ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਘਾ ਸਰਹੱਦ ਰਸਤੇ ਤੋਂ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀ। ਅਮਰੀਕਾ ਵਿੱਚ ਕੋਵਿਡ-19 ਦੇ ਨਾਲ ਨਜਿੱਠਣ ਦੇ ਲਈ ਲਗਾਈ ਗਈ ਰਾਸ਼ਟਰੀ ਐਮਰਜੈਂਸੀ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਸੋਮਵਾਰ ਨੂੰ ਕਾਂਗਰਸ ਦੇ ਵਿੱਚ ਦੋ ਪੱਖੀ ਪ੍ਰਸਤਾਵ ਤੇ ਹਸਤਾਖਰ ਕਰਨ ਤੋਂ ਬਾਅਦ ਲਗਭਗ 3 ਸਾਲ ਬਾਅਦ ਖਤਮ ਹੋ ਗਈ। ਕੁਝ ਹਫ਼ਤਿਆਂ ਬਾਅਦ ਹੀ ਜਨਤਕ ਸਿਹਤ ਐਮਰਜੈਂਸੀ ਦੀ ਇੱਕ ਹੋਰ ਸਥਿਤੀ ਦੀ ਮਿਆਦ ਵੀ ਖਤਮ ਹੋਣ ਵਾਲੀ ਹੈ। ਕੁਝ ਐਮਰਜੈਂਸੀ ਸਥਿਤੀਆਂ ਨੂੰ ਪਹਿਲਾਂ ਹੀ ਸਫਲਤਾਪੂਰਵਕ ਖਤਮ ਕਰ ਦਿੱਤਾ ਗਿਆ, ਜਦੋਂ ਕਿ ਬਾਕੀਆਂ ਨੂੰ ਪੜਾਅਵਾਰ ਖਤਮ ਕੀਤਾ ਜਾ ਰਿਹਾ। ਜਨਤਕ ਸਿਹਤ ਐਮਰਜੈਂਸੀ ਦੇ ਕਾਰਨ ਅਮਰੀਕਾ ਮੈਕਸੀਕੋ ਸਰਹੱਦ ਤੇ ਬਹੁਤ ਸਖਤ ਇਮੀਗ੍ਰੇਸ਼ਨ ਨਿਯਮ ਲਾਗੂ ਕੀਤੇ ਗਏ ਸੀ, ਜੋ ਕਿ 11 ਮਈ ਨੂੰ ਖਤਮ ਹੋਣ ਜਾ ਰਹੇ ਨੇ। ਵਾਈਟ ਹਾਊਸ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬਾਈਡਨ ਨੇ ਜਨਤਕ ਤੌਰ ਤੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਅਤੇ ਹੁਣ ਇਸ ਨੂੰ ਰੱਦ ਕਰਨ ਦੇ ਲਈ ਮਤੇ ਤੇ ਦਸਤਖਤ ਕਰ ਦਿੱਤੇ ਨੇ। ਇਹ ਮਤਾ ਪਿਛਲੇ ਮਹੀਨੇ ਸੈਨੇਟ ਨੇ 63 ਦੇ ਮੁਕਾਬਲੇ 23 ਵੋਟਾਂ ਨਾਲ ਪਾਸ ਕੀਤਾ। ਬਾਈਡਨ ਨੇ ਫਿਰ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਮਤੇ ਤੇ ਦਸਤਖਤ ਕਰਨ ਵਾਲੇ ਨੇ। ਪ੍ਰਸ਼ਾਸਨ ਨੇ ਕਿਹਾ ਕਿ ਜਦੋਂ ਇਹ ਸਪਸ਼ਟ ਹੋ ਗਿਆ ਕਿ ਕਾਂਗਰਸੀ ਰਾਸ਼ਟਰੀ ਐਮਰਜੈਂਸੀ ਨੂੰ ਖਤਮ ਕਰਨ ਵੱਲ ਵੱਧ ਰਹੀ ਹੈ, ਤਾਂ ਪ੍ਰਸ਼ਾਸਨ ਨੇ ਆਮ ਪ੍ਰਕਿਰਿਆਵਾਂ ਦੇ ਵਿੱਚ ਵਾਪਸੀ ਦੀਆਂ ਤਿਆਰੀਆਂ 'ਚ ਤੇਜ਼ੀ ਲਿਆਉਣ ਦੇ ਲਈ ਕੰਮ ਕੀਤਾ। ਇਸ ਤਹਿਤ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦਾ ਕੋਵਿਡ-19 ਆਈਸੋਲੇਸ਼ਨ ਪ੍ਰੋਗਰਾਮ ਮੇਜ ਖਤਮ ਹੋਣ ਜਾ ਰਿਹਾ ਹੈ। ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਅਮਰੀਕੀ ਵਿੱਤ ਮੰਤਰੀ ਜੈਨੇਟ ਦੇ ਨਾਲ ਮੁਲਾਕਾਤ ਕੀਤੀ ਤੇ ਦੁਬੱਲੀ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਮੰਚਾਂ ਤੇ ਸੰਪਰਕ ਵਧਾਉਣ ਤੇ ਚਰਚਾ ਕੀਤੀ। ਸੀਤਾਰਮਨ ਜੋ ਉੱਚ ਪੱਧਰੀ ਵਫਦ ਦੇ ਨਾਲ ਅਮਰੀਕਾ ਦਾ ਦੌਰਾ ਕਰ ਰਹੇ ਨੇ, ਇੱਥੇ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਬਸੰਤ ਮੀਟਿੰਗ ਤੋਂ ਇਲਾਵਾ ਯੈਲਨ ਦੇ ਨਾਲ ਮੁਲਾਕਾਤ ਕੀਤੀ। ਕਈ ਟਵੀਟਸ ਵਿੱਚ ਬੈਠਕ ਦੇ ਵੇਰਵੇ ਦਿੰਦਿਆਂ ਵਿੱਤ ਮੰਤਰਾਲਾ ਨੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਭਾਰਤ ਵਿੱਚ 22 ਨਵੰਬਰ ਨੂੰ ਹੋਈ ਪਿਛਲੀ ਬੈਠਕ ਨੂੰ ਅੱਗੇ ਵਧਾਉਂਦਿਆਂ ਭਾਰਤ ਤੇ ਅਮਰੀਕਾ ਵਿਚਾਲੇ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਭਾਰਤ ਵਿੱਚ ਸੰਪਰਕ ਬਣਾਏ ਰੱਖਣ ਤੇ ਸਹਿਮਤੀ ਪ੍ਰਗਟਾਈ। ਦੁਬੱਲੇ ਅਤੇ ਬਹੁਪੱਖੀ ਮੰਚਾਂ ਨੂੰ ਵਧਾਉਣ ਬਾਰੇ ਚਰਚਾ ਕੀਤੀ। ਇਸ ਦੌਰਾਨ ਸੀਤਾਰਮਨ ਨੇ ਦੋਵਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਦੀ ਸ਼ਲਾਘਾ ਕੀਤੀ ਤੇ ਜਲਵਾਯੂ ਪਰਿਵਰਤਨ ਸਮੇਤ ਵਿਸ਼ਵ ਆਰਥਿਕ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਉਹਨਾਂ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਵਿੱਚ G20 ਕੁਆਡ ਤੇ IPIF ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਸੀਤਾਰਮਨ ਨੇ ਅਮਰੀਕਾ ਦੇ ਸਾਬਕਾ ਵਣਜ ਸਕੱਤਰ ਪੈਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਵੱਖ-ਵੱਖ ਜਨਤਕ ਡਿਜੀਟਲ ਬੁਨਿਆਦੀ ਢਾਂਚੇ ਬਾਰੇ ਵੀ ਚਰਚਾ ਕੀਤੀ। ਉਹਨਾਂ ਨੇ ਪ੍ਰਿਟਜ਼ਕਰ ਨੂੰ ਦੱਸਿਆ ਕਿ ਪਿਛਲੇ 2 ਸਾਲਾਂ 'ਚ ਭਾਰਤ ਵਿੱਚ ਆਮ ਆਦਮੀ ਦੁਆਰਾ ਟੈਕਨੋਲੋਜੀ ਨੂੰ ਵੱਡੇ ਪੱਧਰ ਤੇ ਅਪਣਾਇਆ ਗਿਆ ਹੈ।
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸੋਮਵਾਰ ਨੂੰ ਵਾਪਰੇ ਸੜਕ ਹਾਦਸੇ ਦੇ ਵਿੱਚ ਇੱਕ 32 ਸਾਲਾ ਇੰਡੋ ਕੈਨੇਡੀਅਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਕਾਂਸਟੇਬਲ ਹਰਵਿੰਦਰ ਸਿੰਘ ਧਾਮੀ, ਜਿਨ੍ਹਾਂ ਨੂੰ ਹੌਰਵੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਸੈਟਰੋਸਕੋਨਾ ਕਾਉਂਟੀ ਟੁਕੜੀ ਨਾਲ ਤਾਇਨਾਤ ਸਨ। ਸੈਟਰੋਸਕੋਨਾ ਸੂਬੇ ਦੇ ਐਡਮਿੰਟਨ ਮੈਟਰੋਪੋਲੀਟਨ ਖੇਤਰ ਦੇ ਅੰਦਰ ਇੱਕ ਟਾਊਨਸ਼ਿਪ ਹੈ। RCMP ਦੇ ਬਿਆਨ ਦੇ ਮੁਤਾਬਕ ਸਵੇਰੇ 2 ਵਜੇ ਦੇ ਕਰੀਬ ਉਹ ਇੱਕ ਸ਼ਿਕਾਇਤ ਮਿਲਣ ਮਗਰੋਂ ਮੌਕੇ ਤੇ ਜਾ ਰਹੇ ਸਨ। ਪੁਲਿਸ ਦੇ ਮੁਤਾਬਕ ਧਾਮੀ ਗੱਡੀ ਖੁਦ ਚਲਾ ਰਹੇ ਸਨ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਕੰਕਰੀਟ ਬੈਰੀਅਰ ਦੇ ਨਾਲ ਟਕਰਾ ਗਈ। ਐਮਰਜੈਂਸੀ ਕਰਮਚਾਰੀਆਂ ਤੇ ਨਾਗਰਿਕਾਂ ਦੇ ਯਤਨਾਂ ਦੇ ਬਾਵਜੂਦ ਹਾਰਵੇ ਨੇ ਮੌਕੇ ਤੇ ਦਮ ਤੋੜ ਦਿੱਤਾ। ਇਸ ਦਰਦਨਾਕ ਹਾਦਸੇ ਦੀ ਜਾਂਚ ਸੈਟਰੋਸਕੋਨਾ RCMP ਵੱਲੋਂ ਕੀਤੀ ਜਾ ਰਹੀ ਹੈ। ਉੱਥੇ ਹੀ ਕੈਨੇਡੀਅਨ PM ਜਸਟਿਨ ਟਰੂਡੋ ਨੇ ਵੀ ਧਾਮੀ ਦੀ ਮੌਤ ਤੇ ਦੁੱਖ ਜ਼ਾਹਿਰ ਕੀਤਾ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ, RCMP ਅਲਬਰਟਾ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਦੇ ਨਾਲ ਮੇਰੀ ਹਮਦਰਦੀ, ਜਿਨ੍ਹਾਂ ਦੇ ਡਿਊਟੀ ਦੌਰਾਨ ਆਪਣੀ ਜਾਨ ਗਵਾ ਦਿੱਤੀ। RCMP ਦੇ ਮੁਤਾਬਕ ਧਾਮੀ 2019 ਚ ਪੁਲਿਸ ਸੇਵਾ 'ਚ ਸ਼ਾਮਲ ਹੋਏ ਸਨ। ਸੋਮਵਾਰ ਤੜਕੇ ਵਾਪਰੇ ਸੜਕ ਹਾਦਸੇ ਦੇ ਵਿੱਚ ਡਿਊਟੀ ਦੌਰਾਨ ਹਾਰਵੇ ਦੀ ਮੌਤ ਹੋ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਕਰਟਿਸ ਜ਼ਬਲੋਕੀ ਅਲਬਰਟਾ RCMP ਦੇ ਕਮਾਂਡਿੰਗ ਅਫਸਰ ਨੇ ਕਿਹਾ ਕਿ ਸਾਡੀ ਪੁਲਿਸ ਸੇਵਾ ਦੇ ਇੱਕ ਮੈਂਬਰ ਅਤੇ ਕਮਿਊਨਿਟੀ ਦੇ ਇੱਕ ਮੈਂਬਰ ਨੂੰ ਗਵਾਉਣਾ ਬਹੁਤ ਹੀ ਮੰਦਭਾਗਾ ਹੈ। ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਸੋਮਵਾਰ ਨੂੰ ਲਿਥੀਅਮ ਆਇਨ ਬੈਟਰੀ ਦੇ ਨਾਲ ਚੱਲਣ ਵਾਲੀ ਇੱਕ ਇਲੈਕਟ੍ਰਿਕ ਬਾਈਕ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 2 ਬੱਚਿਆਂ ਦੀ ਮੌਤ ਹੋ ਗਈ। ਨਿਊਯਾਰਕ ਵਿੱਚ ਬਾਈਕ ਨੂੰ ਅੱਗ ਲੱਗਣ ਦੀ ਇਹ ਤਾਜ਼ਾ ਘਟਨਾ ਹੈ। ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਦੇ ਚੀਫ ਜੌਨ ਹੌਜਨਸ ਨੇ ਕਿਹਾ ਕਿ ਇਹ ਘਟਨਾ ਕੁਈਨਜ਼ ਹੋਮ ਦੇ ਅਸਟੋਰੀਆ ਵਿੱਚ ਵਾਪਰੀ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਘਟਨਾ ਸਥਾਨ ਤੱਕ ਪਹੁੰਚਣ 'ਚ ਕੇਵਲ 3 ਮਿੰਟ ਲੱਗੇ। ਘਰ ਦੇ ਪ੍ਰਵੇਸ਼ ਦੁਆਰ ਦੇ ਬਿਲਕੁਲ ਸਾਹਮਣੇ ਬਾਈਕ ਨੂੰ ਚਾਰਜ ਕੀਤਾ ਜਾ ਰਿਹਾ ਸੀ ਅਤੇ ਬਾਈਕ ਵਿੱਚ ਲੱਗੀ ਅੱਗ ਨੇ ਜਲਦੀ ਭਿਆਨਕ ਰੂਪ ਲੈ ਲਿਆ, ਜਿਸ ਨਾਲ ਪੀੜਤਾਂ ਨੂੰ ਇਮਾਰਤ ਵਿੱਚੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਅੱਗ ਜਲਦੀ ਹੀ ਅਪਾਰਟਮੈਂਟ ਦੀ ਦੂਜੀ ਮੰਜ਼ਲ ਤੋਂ ਪੌੜੀਆਂ ਤੱਕ ਫੈਲ ਗਈ। ਹੋਜੇਨਸ ਨੇ ਕਿਹਾ ਕਿ ਇਹ ਘਟਨਾ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 2 ਵਜੇ ਵਾਪਰੀ, ਜਿਸ ਵਿੱਚ 2 ਬੱਚਿਆਂ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਦੇ ਸਮੇਂ ਇਮਾਰਤ ਦੀ ਦੂਜੀ ਮੰਜ਼ਲ ਤੇ ਮੌਜੂਦ ਇੱਕ ਵਿਅਕਤੀ ਅਤੇ ਉਸਦੇ 3 ਬੱਚੇ ਅਪਾਰਟਮੈਂਟ ਦੀ ਖਿੜਕੀ ਤੋਂ ਛਾਲ ਮਾਰਨ ਕਾਰਨ ਜ਼ਖਮੀ ਹੋ ਗਏ। ਘਟਨਾ ਸਮੇਂ ਬੱਚਿਆਂ ਦੀ ਮਾਂ ਉੱਥੇ ਮੌਜੂਦ ਨਹੀਂ ਸੀ। ਉਹਨਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਅਜਿਹੇ ਯੰਤਰਾਂ ਪ੍ਰਤੀ ਸਾਵਧਾਨੀ ਵਰਤੋ ਅਤੇ ਇਹਨਾਂ ਦੇ ਖਤਰਿਆਂ ਤੋਂ ਸੁਚੇਤ ਰਹੋ। ਉਹਨਾਂ ਨੇ ਕਿਹਾ ਕਿ ਸੋਮਵਾਰ ਦੀ ਘਟਨਾ ਸਮੇਤ ਇਸ ਸਾਲ ਬਾਈਕ ਵਿੱਚ ਅੱਗ ਲੱਗਣ ਦੀਆਂ ਹੁਣ 59 ਘਟਨਾਵਾਂ ਹੋ ਚੁੱਕੀਆਂ ਨੇ। ਨਿਊਯਾਰਕ ਸਿਟੀ ਫਾਇਰ ਕਮਿਸ਼ਨਰ ਲੌਰਾ ਨੇ ਵਸਨੀਕਾਂ ਨੂੰ ਬਾਈਕ ਸੰਬੰਧੀ ਬਾਈਕ ਨਿਰਮਾਤਾਵਾਂ ਦੀਆਂ ਸਾਰੀਆਂ ਸੁਰੱਖਿਆ ਹਦਾਇਤਾਂ ਅਤੇ ਸਿਫਾਰਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਹਵਾਈ ਸੈਨਾ ਦੇ 2V1 ਬੰਬਾਰ ਜਹਾਜ਼ ਸੋਮਵਾਰ ਤੋਂ ਸ਼ੁਰੂ ਹੋਏ ਭਾਰਤ ਅਮਰੀਕੀ ਹਵਾਈ ਸੈਨਾ ਅਭਿਆਸ ਵਿੱਚ ਹਿੱਸਾ ਲੈਣਗੇ ਅਤੇ ਜਹਾਜ਼ ਪਹਿਲੀ ਵਾਰ ਦੋਵਾਂ ਦੇਸ਼ਾਂ ਦੇ ਫੌਜੀ ਅਭਿਆਸ ਵਿੱਚ ਸ਼ਾਮਲ ਹੋਣਗੇ। ਖੇਤਰੀ ਸੁਰੱਖਿਆ ਦ੍ਰਿਸ਼ ਦੇ ਤੇਜ਼ੀ ਨਾਲ ਉਭਰਨ ਅਤੇ ਇੰਡੋ ਪੈਸੀਫਿਕ ਖੇਤਰ ਵਿੱਚ ਚੀਨੀ ਫੌਜੀ ਗਤੀਵਿਧੀਆਂ 'ਚ ਵਾਧੇ ਦੇ ਮੱਦੇਨਜ਼ਰ ਸੋਮਵਾਰ ਨੂੰ ਇਹ ਅਭਿਆਸ ਸ਼ੁਰੂ ਹੋਇਆ। ਕੋਪ ਇੰਡੀਆ ਨਾਮ ਦੇ ਅਭਿਆਸ ਵਿੱਚ ਅਮਰੀਕੀ ਪਲੇਟਫਾਰਮ ਦੇ ਵਿੱਚ F-15E ਲੜਾਕੂ ਜਹਾਜ਼, C-130 ਅਤੇ C-17 ਟਰਾਂਸਪੋਰਟ ਜਹਾਜ਼ ਵੀ ਸ਼ਾਮਲ ਹੋਣਗੇ। ਅਮਰੀਕੀ ਹਵਾਈ ਸੈਨਾ ਦੀ ਪੈਸੀਫਿਕ ਕਮਾਂਡ ਦੇ ਕਮਾਂਡਰ ਜਨਰਲ KS ਵਿਲਸ-ਬੌਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ B-1 ਬੰਬਾਰ ਅਤੇ F-15E ਲੜਾਕੂ ਜਹਾਜ਼ ਇਸ ਹਫ਼ਤੇ ਦੇ ਅੰਤ 'ਚ ਹਵਾਈ ਫੌਜ ਦੇ ਅਭਿਆਸ ਵਿੱਚ ਸ਼ਾਮਲ ਹੋਣਗੇ। ਅਮਰੀਕਾ ਦੇ ਟੈਕਸਾਸ ਸੂਬੇ ਦੇ ਲੂਈਵਿਲੇ ਸ਼ਹਿਰ ਵਿੱਚ ਇੱਕ ਬੈਂਕ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ 'ਚ 5 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ ਅਤੇ ਇੱਕ ਸ਼ੱਕੀ ਹਮਲਾਵਰ ਵੀ ਹੁਣ ਮਾਰਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ 6 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਲੂਈਸਵਿਲੇ ਮੈਟਰੋ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਟਵਿੱਟਰ ਤੇ ਲੋਕਾਂ ਨੂੰ ਕਿਹਾ ਕਿ ਉਹ ਇਲਾਕੇ 'ਚ ਸਥਿਤੀ ਨੂੰ ਦੇਖਦੇ ਹੋਏ ਉੱਥੇ ਜਾਣ ਤੋਂ ਬਚਣ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇੱਕ ਟਵੀਟ 'ਚ ਕਿਹਾ ਕਿ ਉਹ ਘਟਨਾ ਵਾਲੀ ਥਾਂ ਤੇ ਜਾ ਰਹੇ ਨੇ। ਗੋਲੀਬਾਰੀ ਦੀ ਘਟਨਾ ਈਸਟ ਮੇਨ ਸਟਰੀਟ ਤੇ ਇੱਕ ਇਮਾਰਤ ਵਿੱਚ ਹੋਈ। ਇਸ ਵਿੱਚ ਓਲਡ ਨੈਸ਼ਨਲ ਬੈਂਕ ਸਥਿਤ ਹੈ। ਲੂਈਸਵਿਲੇ ਮੈਟਰੋ ਪੁਲਿਸ ਦੀ ਮੁਖੀ ਜ਼ੈਕਲਿਨ ਨੇ ਕਿਹਾ ਕਿ ਹਮਲਾਵਰ ਦੀ ਪਛਾਣ 25 ਸਾਲਾ ਕੌਨਰ ਵਜੋਂ ਹੋਈ ਹੈ, ਜੋ ਹਮਲੇ ਦਾ ਲਾਈਵ ਪ੍ਰਸਾਰਣ ਕਰ ਰਿਹਾ ਸੀ। 6 ਭਾਰਤੀ ਅਮਰੀਕੀ 48 ਖੇਤਰਾਂ ਦੇ 171 ਵਿਗਿਆਨੀਆਂ, ਲੇਖਕਾਂ, ਵਿਦਵਾਨਾਂ ਅਤੇ ਕਲਾਕਾਰਾਂ ਦੇ ਇੱਕ ਵਿਭਿੰਨ ਸਮੂਹ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਨੂੰ 2023 ਗਗਨਹਾਈਮ ਫੈਲੋਸ਼ਿਪ ਦੇ ਲਈ ਲਗਭਗ 2500 ਬਿਨੇਕਾਰਾਂ ਵਿੱਚੋਂ ਚੁਣਿਆ ਗਿਆ ਹੈ। ਵਿਦਵਾਨ ਅਨੀਮਾਸ਼ਰੀ
आनंद कुमार, वैंकटेशन, गुरुस्वामी, अब्राहिम वर्गीस, प्रोजीत बिहारी मुखर्जी, पिनरेहा नरंग ਅਤੇ ਲੀਲਾ ਪ੍ਰਸਾਦ ਅਤੇ ਦੱਖਣ ਪੂਰਬੀ ਏਸ਼ੀਅਨ ਨੂੰ ਪਹਿਲਾਂ ਦੀ ਪ੍ਰਾਪਤੀ ਅਤੇ ਬੇਮਿਸਾਲ ਵਾਅਦੇ ਦੇ ਆਧਾਰ ਤੇ ਅਮਰੀਕਾ 'ਚ ਇਸ ਚੀਜ਼ ਦੇ ਲਈ ਚੁਣਿਆ ਗਿਆ ਹੈ। ਫਲੋਰੀਡਾ ਦੇ ਲੇਕਲੈਂਡ ਦੀ ਰਹਿਣ ਵਾਲੀ ਇੱਕ ਔਰਤ ਅਚਾਨਕ ਕਰੋੜਪਤੀ ਬਣ ਗਈ। ਦਰਅਸਲ ਉਸਨੇ $2 ਮਿਲੀਅਨ ਦੀ ਲੋਟਰੀ ਇਨਾਮ ਵਜੋਂ ਜਿੱਤੀ। ਔਰਤ ਦਾ ਨਾਮ ਗੈਰਾ ਡੀਨ ਹੈ, ਜਿਸਨੇ ਆਪਣੀ ਜ਼ਿੰਦਗੀ ਦੀ ਬਚਤ ਆਪਣੀ ਧੀ ਦੇ ਕੈਂਸਰ ਦੇ ਇਲਾਜ ਲਈ ਵਰਤ ਲਈ ਸੀ। ਰਿਪੋਰਟ ਦੇ ਮੁਤਾਬਕ ਜ਼ਿੰਬਲੇਡ ਦੀ ਧੀ ਛਾਤੀ ਦੇ ਕੈਂਸਰ ਦੇ ਨਾਲ ਜੂਝ ਰਹੀ ਸੀ, ਪਰ ਹੁਣ ਗਿੰਬਲੇਡ ਦੇ ਕੋਲ ਡਬਲ ਜਸ਼ਨ ਮਨਾਉਣ ਦਾ ਮੌਕਾ ਹੈ, ਕਿਉਂਕਿ ਧੀ ਦਾ ਇਲਾਜ ਵੀ पूरा हो गया ਅਤੇ ਲੋਟਰੀ ਜਿੱਤਣ ਤੋਂ ਬਾਅਦ ਔਰਤ ਨੂੰ ਕਾਫੀ ਪੈਸਾ ਵੀ ਮਿਲਿਆ। ਫਲੋਰੀਡਾ ਤੋਂ ਇੱਕ ਪ੍ਰੈਸ ਰਿਲੀਜ਼ ਦੇ ਮੁਤਾਬਕ ਉਸਨੇ ਲੇਕਲੈਂਡ ਵਿੱਚ ਇੱਕ ਗੈਸ ਸਟੇਸ਼ਨ ਤੋਂ $2 ਮਿਲੀਅਨ ਦੀ ਲੋਟਰੀ ਟਿਕਟ ਖਰੀਦੀ। ਉਦੋਂ ਉਸਦੀ ਧੀ ਨੇ ਕੈਂਸਰ ਦੇ ਇਲਾਜ ਦੇ ਆਖਰੀ ਦੌਰ ਨੂੰ ਪੂਰਾ ਕੀਤਾ। ਗੈਸ ਸਟੇਸ਼ਨ ਦੇ ਕਲਰਕ ਨੇ ਕਿਹਾ ਕਿ ਇੱਥੇ ਕੋਈ ਟਿਕਟਾਂ ਨਹੀਂ ਬਚੀਆਂ ਨੇ, ਪਰ ਔਰਤ ਨੇ ਉਹਨਾਂ ਨੂੰ ਦੁਬਾਰਾ ਲੱਭਣ ਦੇ ਲਈ ਕਿਹਾ, ਕਿਉਂਕਿ ਉਸਨੂੰ ਕ੍ਰਾਸਵਰਡ ਗੇਮ ਸਭ ਤੋਂ ਪਸੰਦ ਸੀ। ਉਸਨੂੰ ਆਖਰੀ ਵਾਰ ਇੱਕ ਮਿਲ ਗਿਆ। ਗਿੰਬਲੇਟ ਨੂੰ ਜਲਦੀ ਪਤਾ ਲੱਗਾ ਕਿ ਖਿਓਸ ਨੇ ਖੇਡ ਦਾ ਚੋਟੀ ਦਾ ਇਨਾਮ ਜਿੱਤ ਲਿਆ ਹੈ। ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ, ਉਹ ਕਿਸੇ ਨਾ ਕਿਸੇ ਕਾਰਨ ਲਗਾਤਾਰ ਚਰਚਾ 'ਚ ਨੇ। ਟਵਿੱਟਰ ਨੂੰ ਲੈ ਕੇ ਮਸਕ ਨੇ ਸ਼ੁਰੂਆਤ ਤੋਂ ਹੀ ਕਈ ਵੱਡੇ ਬਦਲਾਅ ਦਾ ਐਲਾਨ ਕੀਤਾ, ਜਿਸ ਵਿੱਚੋਂ ਸਭ ਤੋਂ ਪ੍ਰਮੁੱਖ ਹਿੱਸਾ ਬਲੂ ਟਿਕ ਸਬਸਕ੍ਰਿਪਸ਼ਨ ਹੈ। ਮਸਕ ਇਸ ਵਾਰ ਲਗਾਤਾਰ ਅਪਡੇਟ ਦੇ ਰਹੇ ਨੇ ਅਤੇ ਹੁਣ ਕੰਪਨੀ ਦੇ CEO ਨੇ ਦੱਸ ਦਿੱਤਾ ਕਿ ਬਲੂ ਟਿਕ ਹੋਲਡਰ ਵਾਲੇ ਅਕਾਊਂਟ ਤੋਂ ਬਲੂ ਟਿਕ ਕਿਹੜੀ ਤਾਰੀਖ ਤੋਂ ਹਟਾਏ ਜਾ ਰਹੇ ਨੇ। ਮਸਕ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਤੇ ਦੱਸਿਆ ਕਿ 20 ਅਪ੍ਰੈਲ ਤੋਂ ਬਲੂ ਟਿਕ ਨੂੰ ਹਟਾ ਦਿੱਤਾ ਜਾਏਗਾ। ਟਵੀਟ ਵਿੱਚ ਲਿਖਿਆ ਗਿਆ ਕਿ ਲੀਗੇਸੀ ਬਲੂ ਚੈੱਕ ਮਾਰਕ ਹਟਾਉਣ ਦੀ ਆਖਰੀ ਤਾਰੀਖ 20 ਅਪ੍ਰੈਲ ਹੈ, ਮਤਲਬ ਕਿ 20 ਅਪ੍ਰੈਲ ਤੋਂ ਬਲੂ ਟਿਕ ਵਾਲੇ ਯੂਜ਼ਰਸ ਦੇ ਖਾਤੇ ਤੋਂ ਬਲੂ ਟਿਕ ਹਟਾ ਦਿੱਤਾ ਜਾਏਗਾ ਅਤੇ ਜੋ ਬਲੂ ਟਿਕ ਚਾਹੁੰਦਾ ਹੈ ਉਸ ਨੂੰ ਇਸ ਲਈ ਸਬਸਕ੍ਰਿਪਸ਼ਨ ਖਰੀਦਣਾ ਹੋਏਗਾ। ਯਾਨੀ ਕਿ ਬਲੂ ਟਿਕ ਸਿਰਫ ਉਹਨਾਂ ਦੇ ਖਾਤੇ 'ਚ ਰਹੇਗਾ ਜੋ ਇਸ ਲਈ ਪੈਸੇ ਭਰਨਗੇ। ਜੇ ਤੁਸੀਂ ਆਪਣੇ ਟਵਿੱਟਰ ਅਕਾਊਂਟ ਨੂੰ ਇਸ ਟਿਕ ਦੇ ਨਾਲ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਟਵਿੱਟਰ ਬਲੂ ਦੀ ਮੈਂਬਰਸ਼ਿਪ ਲੈਣੀ ਪਏਗੀ। ਭਾਰਤ ਵਿੱਚ ਇਸ ਟਿਕ ਦੇ ਲਈ ਮੋਬਾਈਲ ਪਲਾਨ ਦੇ ਲਈ ਯੂਜ਼ਰਸ ਨੂੰ $900 ਭੁਗਤਾਨ ਕਰਨਾ ਹੋਏਗਾ, ਜਦਕਿ ਵੈਬ ਐਡੀਸ਼ਨ ਦੇ ਲਈ $650 ਦੀ ਫੀਸ ਦੀ ਲੋੜ ਹੋਏਗੀ। ਕੈਲੀਫੋਰਨੀਆ ਦੇ ਵਿੱਚ ਭਾਰਤੀ ਮੂਲ ਦੇ 2 ਕਰਮਚਾਰੀਆਂ ਦੇ ਖਿਲਾਫ ਨਸਲਵਾਦ ਦੇ ਦੋਸ਼ ਹਟਾ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਕੈਲੀਫੋਰਨੀਆ ਦੇ ਨਿਰਪੱਖ ਰੋਜ਼ਗਾਰ ਅਤੇ ਰਿਹਾਇਸ਼ ਵਿਭਾਗ ਨੇ ਕੰਪਨੀ ਦੇ ਇੱਕ ਅਣਪਛਾਤੇ ਕਰਮਚਾਰੀ ਦੀ ਸ਼ਿਕਾਇਤ ਤੇ 2020 ਵਿੱਚ ਇਹ ਮਾਮਲਾ ਦਰਜ ਕੀਤਾ ਸੀ। ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫੇਅਰ ਐਮਪਲੋਇਮੈਂਟ ਐਂਡ ਹਾਊਸਿੰਗ ਵੱਲੋਂ 2020 ਚ ਸਿਸਕੋ ਸਿਸਟਮ ਇੰਕ ਦੇ ਖਿਲਾਫ ਕੰਪਨੀ ਦੇ ਇੱਕ ਭਾਰਤੀ ਮੂਲ ਦੇ ਦਲਿਤ ਕਰਮਚਾਰੀ ਦੀ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੇ ਆਪਣੇ 2 ਕਰਮਚਾਰੀਆਂ ਤੇ ਉਸ ਦੇ ਖਿਲਾਫ ਜਾਤੀ ਆਧਾਰਿਤ ਭੇਦਭਾਵ ਦਾ ਦੋਸ਼ ਲਗਾਇਆ ਸੀ। ਕੰਪਨੀ ਖਿਲਾਫ ਮੁਕੱਦਮਾ ਦਾਇਰ ਕਰ ਸਿਸਕੋ ਸਿਸਟਮ ਇੰਕ ਦੇ 2 ਕਰਮਚਾਰੀ ਸੁੰਦਰ ਆਇਰ ਤੇ ਰਮਨਾ ਕੌਂਪ ਪਹਿਲਾ ਨੂੰ ਦੋਸ਼ੀ ਬਣਾਇਆ ਗਿਆ। ਨਾਗਰਿਕ ਅਧਿਕਾਰ ਵਿਭਾਗ ਨੇ ਦੋਵਾਂ ਦੇ ਖਿਲਾਫ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ, ਪਰ ਕਿਹਾ ਕਿ ਕੰਪਨੀ ਦੇ ਖਿਲਾਫ ਇਸ ਦਾ ਵੱਡਾ ਮਾਮਲਾ ਜਾਰੀ ਰਹੇਗਾ। ਵਾਸ਼ਿੰਗਟਨ ਡੀਸੀ ਦੇ 4000 ਬਲਾਕ ਦੇ ਵਿੱਚ ਇੱਕ ਅੰਤਿਮ ਸੰਸਕਾਰ ਕਰਦੇ ਬਾਹਰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ ਗੋਲੀਬਾਰੀ ਪਿਛਲੇ ਮਹੀਨੇ ਗੋਲੀ ਮਾਰ ਕੇ ਮਾਰੇ ਗਏ ਇੱਕ ਕਤਲ ਦੇ ਪੀੜਤ ਦੇ ਅੰਤਿਮ ਸੰਸਕਾਰ ਤੋਂ ਲਗਭਗ 20 ਮਿੰਟ ਬਾਅਦ ਹੋਈ। ਮੈਟਰੋਪੋਲੀਟਨ ਪੁਲਿਸ ਦੇ ਮੁਖੀ ਰਾਬਰਟ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਪੁਲਿਸ ਨੂੰ ਅੰਤਿਮ ਸੰਸਕਾਰ ਦੇ ਨੇੜੇ ਅਧਿਕਾਰੀ ਰੱਖਣ ਦੇ ਲਈ ਕਿਹਾ ਸੀ। ਕੈਂਟੀ ਨੇ ਕਿਹਾ, ਇਸ ਮੌਕੇ ਤੇ ਬਹੁਤ ਸਾਰੇ ਲੋਕ ਜੋ ਬਲਾਕ ਵਿੱਚ ਸਨ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ। ਸਾਨੂੰ ਯਕੀਨ ਨਹੀਂ ਹੈ, ਕਿਉਂਕਿ ਕੈਂਟੀ ਨੇ ਕਿਹਾ, ਸਾਨੂੰ ਯਕੀਨ ਨਹੀਂ ਹੈ ਕਿ ਅਜਿਹਾ ਕਿਉਂ ਹੈ, ਇਹਨਾਂ ਲੋਕਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਸੀ, ਘੱਟ ਜਾਂ ਘੱਟ ਉਹਨਾਂ ਨੂੰ ਅੰਤਮ ਸੰਸਕਾਰ ਤੇ ਕਿਉਂ ਨਿਸ਼ਾਨਾ ਬਣਾਇਆ ਗਿਆ, ਅਸੀਂ ਇਹ ਨਹੀਂ ਸਮਝਦੇ, ਉਸਨੇ ਅੱਗੇ ਕਿਹਾ। ਖਬਰ ਏਜੰਸੀ ਐਸੋਸੀਏਟਡ ਪ੍ਰੈਸ ਨੇ ਡੀਸੀ ਫਾਇਰ ਅਤੇ EMS ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਦੀ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਇੱਕ ਬਾਲਗ ਪੁਰਸ਼ ਵਜੋਂ ਕੀਤੀ ਗਈ ਸੀ ਅਤੇ 3 ਜ਼ਖਮੀਆਂ 2 ਪੁਰਸ਼ਾਂ ਅਤੇ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਵਾਸ਼ਿੰਗਟਨ ਡੀਸੀ ਵਿੱਚ ਇਹ ਗੋਲੀਬਾਰੀ ਸੋਸ਼ਲ ਮੀਡੀਆ ਤੇ ਹਮਲੇ ਦੀ ਲਾਈਵ ਸਟ੍ਰੀਮਿੰਗ ਦੇ ਦੌਰਾਨ ਲੂਇਸਵਿਲੇ, ਕੈਂਟਕੀ ਵਿੱਚ ਇੱਕ ਬੈਂਕ ਕਰਮਚਾਰੀ ਨੂੰ ਰਾਈਫਲ ਨਾਲ ਲੈਸ 5 ਸਹਿਯੋਗੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ 2 ਪੁਲਿਸ ਅਧਿਕਾਰੀਆਂ ਸਮੇਤ 9 ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਦੱਸਿਆ ਹੈ ਕਿ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਕੌਨਰ ਵਜੋਂ ਹੋਈ ਹੈ, ਜਿਸ ਨੂੰ ਮੌਕੇ ਤੇ ਹੀ ਗੋਲੀ ਮਾਰ ਦਿੱਤੀ ਗਈ ਸੀ।
ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਜਲੰਧਰ ਰਾਖਵੀ ਲੋਕ ਸਭਾ ਦੀ ਖਾਲੀ ਹੋਈ ਸੀਟ ਦੇ ਲਈ ਜ਼ਿਮਨੀ ਚੋਣ 10 ਮਈ ਨੂੰ ਹੋਏਗੀ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਸ ਦੇ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਨੇ। ਹੁਣ ਤੱਕ ਐਲਾਨ ਕੀਤੇ ਗਏ ਉਮੀਦਵਾਰਾਂ ਦੇ ਵਿੱਚ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ, ਅਕਾਲੀ ਦਲ ਬਸਪਾ ਗਠਜੋੜ ਵੱਲੋਂ ਬੰਗਾ ਹਲਕੇ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਗੁਰਜੰਟ ਸਿੰਘ ਕੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਅਧਿਕਾਰਤ ਤੌਰ ਤੇ ਭਾਵੇਂ ਆਪਣੇ ਉਮੀਦਵਾਰ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ, ਪਰ ਸਾਬਕਾ IPS ਅਧਿਕਾਰੀ ਰਜਿੰਦਰ ਸਿੰਘ ਅਤੇ BJP ਦੇ ਜਨਰਲ ਸਕੱਤਰ ਰਾਜੇਸ਼ ਬੱਗਾ ਦਾ ਨਾਂ ਉੱਭਰ ਕੇ ਸਾਹਮਣੇ ਆ ਰਿਹਾ। ਇਸ ਤੋਂ ਇਲਾਵਾ ਹਾਲੇ ਕਿਸੇ ਹੋਰ ਪ੍ਰਾਂਤਕ ਜਾਂ ਰਾਸ਼ਟਰੀ ਪਾਰਟੀ ਵੱਲੋਂ ਕਿਸੇ ਉਮੀਦਵਾਰ ਦਾ ਨਾਮ ਉਜਾਗਰ ਨਹੀਂ ਕੀਤਾ ਗਿਆ। ਜਲੰਧਰ ਲੋਕ ਸਭਾ ਹਲਕੇ ਤੋਂ 2019 ਚ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ BJP ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 19,491 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇੱਥੋਂ ਬਸਪਾ ਦੇ ਉਮੀਦਵਾਰ 2 ਲੱਖ ਤੋਂ ਜ਼ਿਆਦਾ ਵੋਟ ਲੈ ਗਏ ਸਨ, ਪਰ ਹੁਣ ਸਮੀਕਰਨ ਬਦਲ ਗਏ ਨੇ। ਅਕਾਲੀ ਦਲ BJP ਗੱਠਜੋੜ ਟੁੱਟ ਚੁੱਕਾ ਹੈ ਅਤੇ ਹੁਣ ਅਕਾਲੀ ਦਲ ਦਾ ਗੱਠਜੋੜ ਬਹੁਜਨ ਸਮਾਜ ਪਾਰਟੀ ਦੇ ਨਾਲ ਹੈ। ਇਸ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਨੇ, ਜਿਨ੍ਹਾਂ 'ਚ 5 ਹਲਕਿਆਂ 'ਚ ਕਾਂਗਰਸ ਅਤੇ 4 'ਚ ਆਪ ਦੇ ਵਿਧਾਇਕ ਨੇ। ਹਲਕੇ 'ਚ ਲੱਖਾਂ ਦੇ ਹਿਸਾਬ ਦੇ ਨਾਲ ਵੋਟਰ ਨੇ। ਇੱਥੇ 37.97% ਦਲਿਤ ਵੋਟਰ ਨੇ। ਹਰ ਪਾਰਟੀ ਦਾ ਜ਼ੋਰ ਇਹਨਾਂ ਵੋਟਰਾਂ ਨੂੰ ਭਰਮਾਉਣ ਤੇ ਲੱਗਿਆ ਰਹੇਗਾ। ਇਸ ਬਾਰੇ ਚੋਣਾਂ ਹਰ ਪਾਰਟੀ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਨੇ। ਪੰਜਾਬ ਦੇ ਮੌਜੂਦਾ ਆਪ ਸਰਕਾਰ ਵੱਲੋਂ ਪਹਿਲਾਂ ਹੀ ਸੰਗਰੂਰ ਹਲਕੇ ਦੀ ਚੋਣ ਹਾਰਨ ਤੋਂ ਬਾਅਦ ਹੁਣ ਜਲੰਧਰ ਦੀ ਜ਼ਿਮਨੀ ਚੋਣ ਕਾਫੀ ਮਹੱਤਵ ਰੱਖਦੀ ਹੈ। ਹਰ ਪਾਰਟੀ ਇਹ ਚੋਣ ਜਿੱਤਣ ਦੇ ਦਾਅਵੇ ਕਰ ਰਹੀ ਹੈ, ਪਰ ਇਸ ਬਾਰੇ 13 ਮਈ ਨੂੰ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ। ਓਨਟਾਰੀਓ ਹਾਈਡਰੋ ਦੇ ਕਸਟਮਰਜ਼ ਖਾਸ ਤੌਰ ਉੱਤੇ ਜਿਨ੍ਹਾਂ ਨੂੰ ਰਾਤ ਨੂੰ ਵਧੇਰੇ ਬਿਜਲੀ ਵਰਤਣ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੰਪਨੀ ਵੱਲੋਂ ਰਾਤ ਭਰ ਦੇ ਲਈ ਅਲਟਰਾ ਲੋ ਦਰਾਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਇਹਨਾਂ ਦੀ ਵਰਤੋਂ ਓਨਟਾਰੀਓ ਹਾਈਡਰੋ ਦੇ ਕਸਟਮਰਜ਼ ਜਲਦੀ ਹੀ ਕਰ ਸਕਣਗੇ। ਐਨਰਜੀ ਮੰਤਰੀ ਟੈਡ ਸਮਿਥ ਦਾ ਕਹਿਣਾ ਹੈ ਕਿ ਨਵਾਂ ਰੇਟ ਪ੍ਰਤੀ ਕਿਲੋਵਾਟ ਘੰਟੇ ਪਿੱਛੇ 2.4 ਸੈਂਟ ਹੋਏਗਾ, ਜੋ ਕਿ ਇਸ ਸਮੇਂ ਰਾਤ ਭਰ ਦੇ ਲਈ ਲਾਗੂ ਦਰਾਂ ਤੋਂ 67% ਘੱਟ ਹੋਏਗਾ। ਸਮਿਥ ਨੇ ਆਖਿਆ ਕਿ ਸਾਡੀ ਸਰਕਾਰ ਚਾਹੁੰਦੀ ਹੈ ਕਿ ਪਰਿਵਾਰ ਆਪਣੇ ਬਿਜਲੀ ਦੇ ਬਿੱਲਾਂ ਨੂੰ ਕੰਟਰੋਲ ਕਰ ਸਕਣ ਤੇ ਇਸ ਨਵੇਂ ਅਲਟਰਾ ਲੋ ਓਵਰਨਾਈਟ ਪ੍ਰਾਈਸ ਪਲਾਨ ਨਾਲ ਪਰਿਵਾਰਾਂ ਦੇ ਨਾਲ ਉਹਨਾਂ ਨਿੱਕੇ ਕਾਰੋਬਾਰਾਂ ਨੂੰ ਫਾਇਦਾ ਹੋਏਗਾ ਜਿਨ੍ਹਾਂ ਨੂੰ ਰਾਤ ਦੇ ਸਮੇਂ ਵੱਧ ਬਿਜਲੀ ਵਰਤਣ ਦੀ ਲੋੜ ਪੈਂਦੀ ਹੈ। ਪਲਾਨ ਜਿਹੜੀ ਕਿ 1 ਮਈ ਹੈ ਤੋਂ ਪ੍ਰਭਾਵੀ ਹੋਏਗਾ। ਇਸ ਨਾਲ ਕਸਟਮਰਜ਼ ਇਸ ਪ੍ਰਾਈਸ ਪਲਾਨ ਦੀ ਵਰਤੋਂ ਕਰਕੇ ਸਾਲ ਭਰ ਵਾਸਤੇ $90 ਦੀ ਬਚਤ ਕਰ ਸਕਦੇ ਨੇ। ਕੈਨੇਡਾ ਤੋਂ ਭਾਈਚਾਰੇ ਦੇ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ। ਦਰਅਸਲ ਇੱਥੇ ਰਹਿੰਦੇ 25 ਸਾਲਾ ਨੌਜਵਾਨ ਬਿਕਰਮ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਸੀ। GoFundMe ਪੇਜ ਦੇ ਮੁਤਾਬਕ ਬਿਕਰਮ ਸਿੰਘ ਅਜੇ 3 ਦਿਨ ਪਹਿਲਾਂ ਹੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਕੇ ਕੈਨੇਡਾ ਪੁੱਜਾ ਸੀ। ਉਸ ਦੇ ਪਿਤਾ ਕੈਂਸਰ ਤੋਂ ਪੀੜਤ ਸਨ। ਉਸ ਦਾ ਪਰਿਵਾਰ ਅਜੇ ਉਹਨਾਂ ਦੇ ਪਿਤਾ ਦੀ ਮੌਤ ਦਾ ਸੋਗ ਮਨਾ ਰਿਹਾ ਸੀ ਕਿ 20 ਦਿਨਾਂ ਬਾਅਦ ਯਾਨੀ 6 ਅਪ੍ਰੈਲ ਨੂੰ ਵਿਕਰਮ ਦੀ ਮੌਤ ਨੇ ਵੀ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਵਿਕਰਮ ਸਿੰਘ ਬਹੁਤ ਹੀ ਚੰਗੇ ਸੁਭਾਅ ਦੇ ਸਨ। ਉਹ ਆਪਣੇ ਪਿੱਛੇ ਪਤਨੀ, 1 ਸਾਲ ਦਾ ਬੇਟਾ, ਆਪਣੀ ਮਾਂ ਤੇ ਇੱਕ ਛੋਟੀ ਭੈਣ ਛੱਡ ਗਏ ਨੇ। ਵਿਕਰਮ ਮਾਪਿਆਂ ਦੇ ਇਕਲੌਤੇ ਕਮਾਊ ਪੁੱਤਰ ਸਨ। GoFundMe ਪੇਜ ਤੇ ਵਿਕਰਮ ਦੇ ਪਰਿਵਾਰ ਦੀ ਆਰਥਿਕ ਮਦਦ, ਵਿਕਰਮ ਦੇ ਅੰਤਿਮ ਸੰਸਕਾਰ ਤੇ ਉਸ ਦੀ ਮਾਂ ਨੂੰ ਇੰਡੀਆ ਤੋਂ ਕੈਨੇਡਾ ਲਿਆਉਣ ਦੇ ਲਈ ਫੰਡ ਰੇਜ਼ ਸ਼ੁਰੂ ਕੀਤਾ ਗਿਆ ਤਾਂ ਜੋ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ। ਵਿਕਰਮ ਪਿੰਡ ਭਾਗੋਵਾਲ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।